Dear student, this video is made by Unique Public School Raya, and in this video we are going to start chapter first, that is real numbers of class 10th mathematics NCERT book. So let's start reading. So introduction. In class 9th, you begin your exploration of the world of real numbers and encountered irrational numbers. ਕਲਾਸ 9th ਦੇ ਵਿੱਚ ਤੁਸੀਂ ਰੀਅਲ ਨੰਬਰਸ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਅਤੇ ਤੁਸੀਂ ਇਨਕਾਊਂਟਰ ਕੀਤਾ ਸੀ ਇਰੈਸ਼ਨਲ ਨੰਬਰ ਜੋ ਕਿ ਤੁਸੀਂ ਪਹਿਲੀ ਵਾਰੀ ਪੜ੍ਹੇ ਸੀ ਕਲਾਸ 9th ਦੇ ਵਿੱਚ। ਵੀ ਕੰਟੀਨਿਊ ਆਵਰ ਡਿਸਕਸ਼ਨ ਔਨ ਰੀਅਲ ਨੰਬਰਸ ਇਨ ਦਿਸ ਚੈਪਟਰ। ਅਸੀਂ ਆਪਣੀ ਡਿਸਕਸ਼ਨ ਰੀਅਲ ਨੰਬਰਸ ਦੇ ਉੱਪਰ ਕੰਟੀਨਿਊ ਕਰਾਂਗੇ ਇਸ ਚੈਪਟਰ ਦੇ ਵਿੱਚ। ਵੀ ਬਿਗਨ ਵਿਦ ਟੂ ਵੈਰੀ ਇੰਪੋਰਟੈਂਟ ਪ੍ਰੋਪਰਟੀਜ਼ ਆਫ ਪੋਜ਼ਿਟਿਵ ਇੰਟੀਜਰਸ। ਅਸੀਂ ਸਟਾਰਟ ਕਰਾਂਗੇ ਦੋ ਬਹੁਤ ਹੀ ਇੰਪੋਰਟੈਂਟ ਪ੍ਰੋਪਰਟੀਜ਼ ਜਿਹੜੀਆਂ ਕਿ ਪੋਜ਼ਿਟਿਵ ਇੰਟੀਜਰਸ ਦੀਆਂ ਹੋ ਸਕਦੀਆਂ ਹਨ। ਇਹ ਪ੍ਰੋਪਰਟੀਜ਼ ਦੀ ਹੈਲਪ ਦੇ ਨਾਲ ਅਸੀਂ ਕਈ ਪ੍ਰੋਬਲਮਸ ਨੂੰ ਸੋਲਵ ਵੀ ਕਰਾਂਗੇ। ਸੋ ਕਿਹੜੀ ਕਿਹੜੀ ਪ੍ਰੋਪਰਟੀ ਹੈ? ਪਹਿਲੀ ਹੈ ਯੂਕਲਿਡ ਡਿਵੀਜ਼ਨ ਐਲਗੋਰਿਥਮ ਐਂਡ ਸੈਕੰਡ ਵਨ ਇਜ਼ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ। Euclid's division algorithm, as name suggests, has to do with divisibility of integers। ਹੁਣ ਕਹਿੰਦਾ Euclid division algorithm ਦੇ ਨਾਂ ਦੇ ਵਿੱਚ division ਆਉਂਦੀ ਆ ਤਾਂ ਜਿਹੜੇ ਸਾਡੇ ਕੋਲ ਇੰਟੀਜਰਸ ਹਨ ਇਹ ਉਹਨਾਂ ਦੀ ਡਿਵਿਜ਼ਿਬਿਲਿਟੀ ਬਾਰੇ ਹੀ ਗੱਲ ਕਰਦਾ ਹੋਏਗਾ, ਜਿਵੇਂ ਕਿ ਇਹਦਾ ਨਾਮ ਤੋਂ ਹੀ ਸਾਨੂੰ ਪਤਾ ਲੱਗ ਰਿਹਾ ਹੈ। ਸਟੇਟਡ ਸਿੰਪਲੀ ਇਟ ਸੇਜ਼ ਐਨੀ ਪੋਜ਼ਿਟਿਵ ਇੰਟੀਜਰ a can be divided by another positive integer b in such a way that it leaves a remainder r that is smaller than b। ਸਿੰਪਲੀ ਜੇ ਆਪਾਂ ਇਹਨੂੰ ਕਹਿਣਾ ਹੋਵੇ, ਦੀ ਸਟੇਟਮੈਂਟ ਦੇਣੀ ਹੋਈ ਯੂਕਲਿਡ ਡਿਵੀਜ਼ਨ ਐਲਗੋਰਿਥਮ ਦੀ, ਤਾਂ ਇਹ ਕਹਿੰਦਾ ਹੈ ਕਿ ਕੋਈ ਵੀ ਇੱਕ ਪੋਜ਼ਿਟਿਵ ਇੰਟੀਜਰ a can be divided by another positive integer b। कोई भी positive integer a divide हो सकता है by another positive integer b किसी भी दूसरे positive integer दे नाल in such a way किस तरीके नाल that it leaves a remainder r that is smaller than b। इस तरीके नाल कि a एक remainder छड़ दिंदा है जेड़ा कि जो b divisor है उस तो छोटा होएगा। Many of you probably recognize this as usual long division process. Although this result is quite easy to state and understand, it has many applications related to divisibility properties of integers. We touch upon few of them and use it mainly to compute the SCF of two positive integers। ਕੀ ਕਹਿੰਦੇ ਆ? ਕਹਿੰਦੇ ਤੁਸੀਂ recognize ਕਰ ਹੀ ਗਏ ਹੋਏਗੇ ਇਹ ਜਿਹੜੀ ਯੂਜ਼ਲੀ ਅਸੀਂ ਲੌਂਗ ਡਿਵੀਜ਼ਨ ਪ੍ਰੋਸੈਸ ਨੂੰ ਵਿੱਚ ਵਰਤਦੇ ਹਾਂ ਉਹਦੀ ਸਟੇਟਮੈਂਟ ਹੀ ਹੈ ਇੱਕ ਹਿਸਾਬ ਦੀ। ਮੈਂ ਤੁਹਾਨੂੰ ਦਿਖਾ ਦਿੰਦਾ ਕਿਵੇਂ। ਲੈਟਸ ਸਪੋਜ਼ ਪੋਜ਼ਿਟਿਵ ਇੰਟੀਜਰ a ਇਜ਼ ਇਕੁਅਲ ਟੂ 10। ਮੰਨ ਲਓ ਇੱਕ a 10 ਹੈ, b ਇਜ਼ ਇਕੁਅਲ ਟੂ 3। ਹੁਣ a ਇੱਕ 10 ਹੈ, b ਇਜ਼ ਇਕੁਅਲ ਟੂ 3। ਜੇ ਇਹਨਾਂ ਨੂੰ ਆਪਾਂ a ਨੂੰ b ਦੇ ਨਾਲ ਡਿਵਾਈਡ ਕਰੀਏ, ਜਸਟ ਇੱਥੇ ਸਪੋਜ਼ ਕਰੋ 10 ਰੱਖਿਆ ਆਪਾਂ, b ਕੀ ਹੈ 3 3s are 9 and remainder is 1। ਸੋ ਜੋ 10 ਸੀਗਾ ਇੱਕ ਪੋਜ਼ਿਟਿਵ ਇੰਟੀਜਰ ਸੀਗਾ, ਦੂਸਰਾ ਪੋਜ਼ਿਟਿਵ ਇੰਟੀਜਰ ਅਸੀਂ ਕੀ ਲਿਆ 3। ਹੁਣ ਜੋ 3 ਹੈ ਉਹ 10 ਨੂੰ ਡਿਵਾਈਡ ਕਿਸ ਤਰੀਕੇ ਨਾਲ ਕਰਦਾ ਹੈ ਕਿ ਅਸੀਂ ਇਹਨੂੰ ਇੱਕ ਰਿਮਾਈਂਡਰ ਬਚਦਾ ਹੈ ਜਿਹੜਾ b ਹੈ ਇਸ ਤੋਂ ਛੋਟਾ ਹੋਏਗਾ। ਸੋ ਇਹਨੂੰ ਅਸੀਂ ਲਿਖ ਕਿਸ ਤਰੀਕੇ ਨਾਲ ਸਕਦੇ ਹਾਂ 10 is equal to 3 multiply by 3 plus 1। so 10 is equal to 3 multiply 3 is 9 plus 1 is equal to 10। ਇਸ 10 ਨੂੰ ਅਸੀਂ ਖੋਲ ਕੇ ਇਸ ਤਰੀਕੇ ਦੇ ਨਾਲ ਲਿਖ ਸਕਦੇ ਹਾਂ। ਹੁਣ ਜੇ ਸਪੋਜ਼ ਕਰ ਲਓ a ਨੂੰ ਅਸੀਂ 10 ਹੀ ਰੱਖੀਏ, b ਨੂੰ ਸਪੋਜ਼ ਕਰ ਲਓ 4। ਕੋਈ ਵੀ ਅਸੀਂ ਗੱਲ ਮੇਨ ਇਹ ਕਹਿ ਰਹੇ ਹਾਂ ਕੋਈ ਵੀ ਨੰਬਰ ਕਿਸੇ ਵੀ ਨੰਬਰ ਨਾਲ ਡਿਵਾਈਡ ਕਰ ਸਕਦੇ ਹਾਂ ਅਸੀਂ ਉਸ ਨੂੰ, ਤੇ ਉਹ ਕਿਸ ਟਾਈਪ ਦੀ ਫਾਰਮੇਸ਼ਨ ਕਰੇਗਾ ਕਿ ਇੱਕ ਰਿਮਾਈਂਡਰ ਬਚੇਗਾ, ਇੱਕ ਕੁਐਸਚਨ ਬਚੇਗਾ। ਜਿਵੇਂ ਕਿ ਅਸੀਂ ਡਿਵਾਈਡ ਦੇ ਵਿੱਚ ਸਿੱਖਦੇ ਹੀ ਆਏ ਹਾਂ ਕਿ ਜਦੋਂ ਵੀ ਅਸੀਂ ਕਿਸੇ ਨੰਬਰ ਨੂੰ ਦੂਸਰੇ ਪੋਜ਼ਿਟਿਵ ਨੰਬਰ ਨਾਲ ਡਿਵਾਈਡ ਕਰੀਦਾ ਹੈ ਸਾਡੇ ਕੋਲ ਇੱਕ ਕੁਐਸਚਨ ਆਉਂਦਾ ਹੈ, ਇੱਕ ਰਿਮਾਈਂਡਰ ਆਉਂਦਾ ਹੈ। ਜਿਹੜੇ ਜਗ੍ਹਾ 'ਤੇ ਰਿਮਾਈਂਡਰ ਨਹੀਂ ਆਉਂਦਾ, ਜ਼ੀਰੋ ਰਿਮਾਈਂਡਰ ਆ ਜਾਂਦਾ ਹੈ, ਤਾਂ ਅਸੀਂ ਕਹਿੰਦੇ ਹਾਂ ਕੰਪਲੀਟਲੀ ਡਿਵਾਈਡ ਕਰ ਜਾਂਦਾ ਹੈ। ਨਹੀਂ ਤਾਂ ਹਰ ਨੰਬਰ ਦੇ ਵਾਰੀ ਕੋਈ ਨਾ ਕੋਈ ਰਿਮਾਈਂਡਰ ਆ ਹੀ ਜਾਂਦਾ ਹੈ। ਸੋ a ਇਜ਼ ਇਕੁਅਲ ਟੂ 10 ਐਂਡ b ਇਜ਼ ਇਕੁਅਲ ਟੂ 4। ਜੇ ਆਪਾਂ ਇਸ ਤਰੀਕੇ ਨਾਲ ਲੈ ਲਈਏ ਤਾਂ ਜਸਟ डिविडेंड की होएगा 10, डिवाइजर होएगा 4। सो 4 2 8, मैक्सिमम इतने जाएगा। सो
साडे को नीचे की रिमाइंडर की बच गया 2। सो इस तरीके इसनूं असीं किस तरीके नाल स्टेट कर सकते हैं 10 इज इक्वल टू 4 मल्टीप्लाई बाय 2 प्लस 2। देखो इत्थे 4 टू 8 प्लस 2 इनू असीं इस तरीके नाल लिख सकते हैं। जस्ट इत्थे चेक करो ये की आ डिविडेंट है, डिविडेंट है। इत्थे 4 की है जो 4 टर्म है, एक की है डिवाइजर है। सो 2 की है क्वोशंट है, ते अगेन 2 की है रिमाइंडर है। सेम जे आप इस केस दे विच भी देखिए 10 की है डिविडेंट है, 3 की है डिवाइजर है, अगेन 3 की है क्वोशंट है एंड 1 की है रिमाइंडर है। सो असी देखिए ये कोई नंबर जो डिविडेंट बनेगा, दूसरा नंबर की बनेगा डिवाइजर। मान लो डिविडेंट हमेशा आप मान लिए ए, डिवाइजर की मान लिए बी। सो हमेशा की फॉर्मेशन बनेगी ए इज इक्वल टू बी क्यू प्लस आर। सो ये स्टेटमेंट डिवीजन एल्गोरिथम लैमे या यूक्लिड्स डिवीजन एल्गोरिथम दी। ओके कहता वा कोई भी नंबर ए इसनों बी नंबर डिवाइड कर सकता है, पिछे की रिमाइंडर बचेगा आर, तो जो आर है वो हमेशा की होएगा 0 लेस देन इक्वल टू आर जो है 0 तो ग्रेटर देन होएगा, 0 हमेशा छोटा होएगा, या आर 0 के बराबर भी आ सकता है, पर लेस देन कि तो होएगा बी तो। बी की है जिहड़ा नंबर डिवाइड कर रहा है ए नूं। सो ये सीगा कुछ यूक्लिड्स डिवीजन एल्गोरिथम या लैमे के बारे थोड़ी थोड़ी जी जानकारी। जो मेन साडी स्टेटमेंट है वो है ए इज इक्वल टू बी क्यू प्लस आर। हुण कहंदे वी ये चाहे जिहड़ा रिजल्ट सीगा ए इज इक्वल टू बी क्यू प्लस आर दा, ए इज इक्वल टू बी क्यू प्लस आर, ये ईजी है, पर आपां इहदे विच की देखांगे इस रिजल्ट दे नाल असीं की करांगे कंप्यूट करांगे हाईएस्ट कॉमन फैक्टर ऑफ टू पॉजिटिव इंटीजर्स। वी विल कंप्यूट HCF ऑफ टू पॉजिटिव इंटीजर्स। असीं जो HCF फाइंड करते हैं वो इस लैमे के अकॉर्डिंग हुण इस चैप्टर दे विच असीं फाइंड आउट करना है। नैक्सट जो पार्ट है उसनों पार्ट बी मन के चलते हैं, जिहदे विच आपां गल करांगे फंडामेंटल थ्योरम ऑफ अरिथमैटिक के बारे। सो इनू पार्ट 2 मन के चलते हैं। इस चैप्टर के विच एक तो असीं यूक्लिड्स डिवीजन एल्गोरिथम पढ़ना है, दूसरा की पढ़ना है मेन जो फोकस साडा होएगा फंडामेंटल थ्योरम ऑफ अरिथमैटिक दे उत्ते। फंडामेंटल थ्योरम ऑफ अरिथमैटिक की कहती है ऑन द अदर हैंड हैज़ टू डू समथिंग विद मल्टीप्लिकेशन। यूक्लिड डिवीजन एल्गोरिथम जो सीगा वो कादे नाल ताल्लुक रखता सीगा डिवीजन ऑफ पॉजिटिव इंटीजर्स, पर जो फंडामेंटल थ्योरम ऑफ अरिथमैटिक है एक किहदे नाल ताल्लुक रखती है मल्टीप्लिकेशन दे नाल। यू ऑलरेडी नो दैट एवरी कंपोजिट नंबर कैन बी एक्सप्रैस्ड एज प्रोडक्ट ऑफ प्राइम्स इन अ यूनिक वे। तुहानू ऑलरेडी पता है कि कोई भी कंपोजिट नंबर जो है उन्होंने असीं एक्सप्रैस कर सकते हैं एज प्रोडक्ट ऑफ प्राइम्स इन अ यूनिक वे। सो ये तो सानू की मतलब है, जस्ट आप एक एग्जाम्पल लेने तो फिर वो थ्रू समझते हैं। सो जिवें कि असीं जानते हैं प्राइम नंबर की हुंदा है पहला तां, ते जो कंपोजिट नंबर की हुंदा है पहला तो तुहानू ये क्लीयर होना चाहिए। प्राइम नंबर्स किहड़े हुंदे हन? प्राइम नंबर वो नंबर्स हुंदे हन जिन्हां दे फैक्टर दे विच एक तो अपना आप आउंदा है उन्हां दा, ते जां फिर वो नंबर 1 आ जाता है। इन दो फैक्टर्स तो सिवाय उन्हां दा कोई भी फैक्टर होर नहीं हुंदा। सपोज 2 दे किन्ने फैक्टर सन? 2 दे किहड़े फैक्टर सन? एक तो 2 है इटसेल्फ एंड एक है 1। 3 दे किहड़े फैक्टर सन? एक तो 3 अपने आप है, एक है 1। 4 हुण जो 4 है इसका देखो कि इस दे किहड़े फैक्टर सन? 1 दे टेबल्स दे विच तां आ ही जांदा 1 4 जा 4, 2 दे टेबल च भी आंदा है, 3 दे टेबल च नहीं आंदा, तो 4 दे टेबल च भी आ जांदा है। सो 4 दे फैक्टर्स किहड़े होए? 1 2 एंड 4। प्राइम नंबर्स की की डेफिनेशन सीगी? प्राइम दे फैक्टर्स किहड़े हुंदे? एक तां वो अपना आप ते एक नंबर 1।
पर इतने 4 के फैक्टर्स देखो, एक तो एक 1 आ गया, एक 2 आ गया, एक 4 आ गया। सो 2 एक अजिहा फैक्टर है ना तो 1 के इक्वल है ना 4 के इक्वल है। सो हुण की इहदे विच होया, इस ऐसे नंबरस नूं की कहने आ, कंपोजिट नंबरस। सो असी एक चीज़ तो कहते हैं भी इस चैप्टर असीं जानते ही हाँ, इस चैप्टर तो पहला कि कंपोजिट नंबरस जिहड़े भी आ उन्होंने असीं प्रोडक्ट ऑफ प्राइम्स लिख सकते हैं इन यूनीक वे। वो किस तरीके नाल, सपोज करो असीं हाले तक की सीखा है, प्राइम फैक्टराइजेशन तो सब नूं आउंदी है। सब तो पहले जे आपां गल करिए प्राइम फैक्टराइजेशन की, प्राइम फैक्टराइजेशन दे विच असीं की करते हैं कि सपोज साडे कोल कोई नंबर गिवन है, असीं उसके प्राइम फैक्टर्स बनाने होंदे हैं। सपोज वी हैव अ 27। सो जे आप इस नंबर के प्राइम फैक्टराइजेशन करनी होए तो जस्ट असीं इस तरीके करते हैं। सब तो पहला असीं की करते हैं, सब तो छोटा प्राइम नंबर फाइंड आउट करते हैं जिस नाल 27 डिवाइड हो जाए। सब तो छोटा प्राइम नंबर 2 है, सो 2 दे नाल तां 27 डिवाइड नहीं होंदा। सो 3 दे टेबल दे विच 27 आउंदा, 3 9 ज़ा 27। अगेन हुण नैक्सट स्टैप दे विच भी सब तो छोटा प्राइम नंबर देखना जिहदे उपर 9 डिवाइड हो जाए। अगेन 3, सो 3 3 ज़ा 9। अगेन जो 3 है वो किहड़े नंबर से जाएगा, 3 के उपर ही डिवाइड हो जाएगा। सो 3 1 ज़ा 3, सो 3 1 ज़ा 3। सो 3 जो 27 है, 27 ਨੂੰ ਅਸੀਂ किस तरीके ਨਾਲ लिख सकते हैं, 3 ਦੀ ਪਾਵਰ 3.1। सो ਅਸੀਂ ਇਸ ਨੂੰ जो कंपोजिट नंबर सीगा, 27 जो नंबर सीगा कंपोजिट नंबर सीगा, इनू असी किस तरीके नाल लिख रहा, प्रोडक्ट ऑफ प्राइम्स। प्रोडक्ट ऑफ प्राइम्स का मतलब की है 3 मल्टीप्लाई 3। हुण जो 3 3 3 इसनू असी 3, ये तीन नंबर की हैं प्राइम नंबर सन। 27 नंबर की सीगा, कंपोजिट नंबर सीगा, क्योंकि इसका अपने एक तो एक अपना यदा फैक्टर खुद 27 का फैक्टर किहड़े-किहड़े हो सकते हैं, एक तो 1, एक 27 तो होएगा ही होएगा, पर इस तो इलावा 3 भी इसका फैक्टर आ गया। सो 3 वो फैक्टर है ਜਾਂ ਤਾਂ ना तो 27 ਦੇ इक्वल है ना वो 1 ਦੇ इक्वल है। सो जो 27 एक कंपोजिट नंबर सीगा, हुण आपां कंपोजिट नंबर नूं प्राइम नंबरस ਦੇ प्रोडक्ट ਦੇ ਵਿੱਚ लिख लिया। 27 एक कंपोजिट सीगा, प्राइम नंबर 333। सो कहते आ सानू पता है कि जो असीं प्राइम फैक्टराइजेशन करी दी है, जो ये मल्टीपल करके लिखीदा वा, उसका यही मतलब है कि जो कंपोजिट नंबर सीगा उसनूं असीं प्रोडक्ट ऑफ प्राइम दे विच लिख लिया। हुण इन्हां यूनीक वे तो की भाव है, जो ये मल्टीप्लीकेशन लिखी है इत्थे, हुण इत्थे जो यूनीक वे है, इत्थे 3 मल्टीप्लाई 3 सीगा। प्राइम नंबरस होण सारे तो सिर्फ यही तरीका है 27 नूं लिखण दा। जे प्राइम नंबर नहीं है तो असीं इस तरीके नाल भी लिख सकते हैं, 9 3 ज़ा 27। होर की लिख सकते हैं, 27 मल्टीप्लाई 1 इज इक्वल टू 27। पर इन्हां दे विच ये जो है प्राइम नंबरस नहीं हैं, क्योंकि ये कंपोजिट नंबरस हैं। सो जे साडे कोल प्राइम नंबरस हैं तो सिर्फ यही एक तरीका है जिस दे विच असीं जिन्हां नंबरस का प्रोडक्ट करके 27 असीं लिख सकते हैं कि ये 3 नंबर मल्टीप्लाई करके 27 के इक्वल टू आ जाएंगे। हर नंबर के लिए यूनीक होएगा। इस तो बाद दिस इंपॉर्टेंट फैक्ट इज फंडामेंटल थ्योरम ऑफ अरिथमैटिक। हुण ये जो इंपॉर्टेंट फैक्ट है कि किसी भी कंपोजिट नंबर नूं असीं प्रोडक्ट ऑफ प्राइम्स दे विच लिख सकते हैं, प्रोडक्ट ऑफ प्राइम नंबर्स दे विच लिख सकते हैं, वो भी किहड़े तरीके नाल, यूनीक। मीनस कि उस तो होर कोई वक्रे तरीके नाल असीं प्राइम फैक्टर नूं मल्टीप्लाई करके वो नंबर नहीं बना सकते। सो इसे थ्योरम नूं, ये जो थिंग है, इसे नूं असीं की कहने आ, फंडामेंटल थ्योरम ऑफ अरिथमैटिक। अगेन while it is a result that is easy to state and understand, it has some very deep and significant applications in the field of mathematics। कहते हैं गल तो छोटी जी है कि कोई कंपोजिट नंबर है, उन्होंने असीं प्रोडक्ट प्राइम फैक्टराइजेशन करके प्रोडक्ट ऑफ प्राइम दे विच लिख सकते हैं, तो वो एक तरीका है, होर किसी तरीके नाल लिखे नहीं जाने। पर कहता है ये बहुत डीप ते सिग्निफिकेंट जिहड़े आ एप्लीकेशनस हैं इन द फील्ड ऑफ मैथमैटिक्स। We use the fundamental theorem of arithmetic for 2 main applications। कहता इस चैप्टर दे विच असीं जो फंडामेंटल थ्योरम आ, इनू 2 मेन एप्लीकेशनस दे विच यूज करांगे। द फर्स्ट वन इज
First we use it to prove the irrationality of many of the numbers you studied in class 9th। ਹੁਣ ਅਸੀਂ ਕਲਾਸ 9 ਦੇ ਵਿੱਚ ਪੜਿਆ ਸੀਗਾ √2 √3 √5 ਇਹ ਹਨ ਇਰੈਸ਼ਨਲ ਨੰਬਰ। ਅਸੀਂ ਇਹਨਾਂ ਨੂੰ ਨੰਬਰ ਲਾਈਨਸ ਦੇ ਉੱਪਰ ਡਰਾ ਕੀਤਾ ਸੀਗਾ, ਪਰ ਇਹਨਾਂ ਦੀ ਇਰੈਸ਼ਨੈਲਿਟੀ ਜੋ ਇਰੈਸ਼ਨੈਲਿਟੀ ਹੈ ਉਸ ਨੂੰ ਅਸੀਂ ਪ੍ਰੂਵ ਨਹੀਂ ਸੀ ਕੀਤਾ। ਸੋ ਇਸ ਚੈਪਟਰ ਦੇ ਵਿੱਚ ਅਸੀਂ ਜੋ ਇਹ ਇਰੈਸ਼ਨੈਲਿਟੀ ਹੈ ਇਹਨਾਂ ਨੰਬਰਸ ਦੀ ਇਸ ਨੂੰ ਪ੍ਰੂਵ ਕਰਾਂਗੇ। ਸੋ ਸਾਡਾ ਮੇਨ ਫੋਕਸ ਹੋਏਗਾ ਜੋ ਇਰੈਸ਼ਨਲ ਨੰਬਰ ਸੀ ਉਹਨਾਂ ਦੀ irrationality ਨੂੰ ਪ੍ਰੂਵ ਕਰਨਾ। ਸੋ ਨੈਕਸਟ ਸੈਕਿੰਡ ਕੀ ਕਰਾਂਗੇ, ਸੈਕਿੰਡ we will apply this theorem to explore when exactly the decimal expansion of a rational number say p by q is terminating and when it is non-terminating। ਹੁਣ ਸਾਨੂੰ ਪਤਾ ਹੈ ਕਿ p ਬਟਾ q ਦੀ ਫਾਰਮ ਦੇ ਵਿੱਚ ਕਿਹੜੇ ਰੈਸ਼ਨਲ ਨੰਬਰਸ ਹੁੰਦੇ ਹਨ, ਤੇ ਰੈਸ਼ਨਲ ਨੰਬਰ ਨੂੰ ਅਸੀਂ ਜਦੋਂ ਡਿਵਾਈਡ ਕਰੀਦਾ ਹੈ ਤਾਂ ਸਾਡੇ ਕੋਲ ਕੋਈ ਡੈਸੀਮਲ ਜਿਹੜੀ ਉਹਦੀ ਰਿਪਰੈਜ਼ੈਂਟੇਸ਼ਨ ਆ ਅਸੀਂ ਡੈਸੀਮਲਸ ਦੇ ਵਿੱਚ ਲੈ ਜਾਈਦੀ ਆ। ਹੁਣ ਉਹ ਡੈਸੀਮਲਸ ਜਿਹੜੇ ਆ ਉਹ ਕਿਸ ਤਰੀਕੇ ਦੇ ਹਨ, ਟਰਮੀਨੇਟਿੰਗ ਹਨ ਕਿ ਨਾਨ ਟਰਮੀਨੇਟਿੰਗ ਤੇ ਰਿਪੀਟਿੰਗ ਹਨ। ਅਸੀਂ ਇਸ ਥਿਓਰਮ ਦੀ ਹੈਲਪ ਦੇ ਨਾਲ ਹੀ ਪਤਾ ਕਰ ਸਕਦੇ ਹਾਂ। ਸੋ ਪਹਿਲਾਂ ਅਸੀਂ ਦੇਖਿਆ ਹੈ ਕਿ ਜੋ ਡੈਸੀਮਲਸ ਹੁੰਦੇ ਹਨ ਉਹ ਦੋ ਤਰੀਕੇ ਦੇ ਹੁੰਦੇ ਹਨ। ਇੱਕ ਤਾਂ ਹੁੰਦਾ ਹੈ ਟਰਮੀਨੇਟਿੰਗ, ਇੱਕ ਹੁੰਦਾ ਹੈ ਨਾਨ ਟਰਮੀਨੇਟਿੰਗ। ਟਰਮੀਨੇਟਿੰਗ ਤੇ ਨਾਨ ਟਰਮੀਨੇਟਿੰਗ ਦੇ ਵਿੱਚ ਕੀ ਸੀਗਾ ਕਿ ਜੋ ਡੈਸੀਮਲ ਐਕਸਪ੍ਰੈਸ਼ਨ ਹੈ ਉਹ ਥੋੜੇ ਟਾਈਮ ਬਾਅਦ ਰੁਕ ਜਾਂਦਾ ਹੈ। ਜਿਵੇਂ ਕਿ ਫॉर ਐਗਜ਼ਾਮਪਲ ਅਸੀਂ 5 ਨੂੰ 2 ਨਾਲ ਡਿਵਾਈਡ ਕਰੀਏ, 2 2 2 4 ਐਂਡ ਇੱਥੇ ਨੀਚੇ ਸਾਡੇ ਕੋਲ ਬਚਿਆ 1 ਤੇ ਪੁਆਇੰਟ ਇੱਥੇ 0 2 5 10। ਸੋ ਇਹ ਸੀ ਜੋ ਡੈਸੀਮਲ ਸੀ ਸਿਰਫ ਇੱਥੇ ਜਾ ਕੇ ਖਤਮ ਹੋ ਗਿਆ। ਕੁਝ ਡੈਸੀਮਲਸ ਹੁੰਦੇ ਹਨ ਜਿਵੇਂ 10 ਉਹ ਅਸੀਂ ਡਿਵਾਈਡ ਕਰੀਏ 3 ਦੇ ਨਾਲ। ਸੋ 3 ਦੇ ਵਿੱਚ ਜੇ ਅਸੀਂ ਗੱਲ ਕਰੀਏ 3 3 9 ਐਂਡ ਨੀਚੇ ਸਾਡੇ ਕੋਲ ਬਚਿਆ 1, ਅਸੀਂ ਇੱਥੇ ਪੁਆਇੰਟ ਲਗਾ ਦਈਏ, ਇੱਥੇ 0 ਆ ਗਿਆ। ਸੋ 3 3 9 ਅਗੇਨ ਇੱਥੇ 1 ਬਚੇਗਾ। ਸੋ ਇਹ 3 3 3 ਕੀਪਸ ਔਨ ਗੋਇੰਗ। ਸੋ these type of decimals are non terminating, ਜਿਹੜੇ ਟਰਮੀਨੇਟ ਨਹੀਂ ਕਰਦੇ। ਤੇ ਜੋ ਇਹ ਇੱਧਰ ਸੀਗਾ 5 ਨੂੰ 2 ਨਾਲ ਡਿਵਾਈਡ ਕੀਤਾ 2.5, that is an example of terminating decimal। ਸੋ ਜੋ non terminating ਹੈ ਉਹ ਫਿਰ ਦੋ ਤਰੀਕੇ ਦੇ ਹੈ। ਇੱਕ ਤਾਂ ਹੈ ਰੀਅਕਰਿੰਗ, ਇੱਕ ਹੈ ਨॉन ਰੀਅਕਰਿੰਗ। ਨॉन ਰੀਅਕਰਿੰਗ ਤੇ ਰੀਅਕਰਿੰਗ ਦੇ ਵਿੱਚ ਕੀ ਸੀਗਾ ਕਿ ਜੋ ਟਰਮੀਨੇਟਿੰਗ ਸੀਗੇ ਇੱਕ ਡੈਸੀਮਲਸ ਤੇ ਇੱਕ ਜੋ ਨॉन ਟਰਮੀਨੇਟਿੰਗ ਪਰ ਰੀਅਕਰਿੰਗ ਸੀ, ਵੀ ਦੁਬਾਰਾ ਸੇਮ ਪੈਟਰਨ ਆ ਰਿਹਾ। ਜਿਵੇਂ ਕਿ ਇੱਥੇ 3.3333333 is repeating। ਸੋ ਰੀਅਕਰਿੰਗ ਇਹ ਇਹੋ ਜਿਹੇ ਹੁੰਦੇ ਹਨ ਜਿਹੜੇ ਰਿਪੀਟ ਕਰਦੇ ਹਨ ਡੈਸੀਮਲ ਤੋਂ ਬਾਅਦ। ਜੋ ਵੀ ਇੱਕ ਡਿਜਿਟ ਰਿਪੀਟ ਕਰੇਗਾ, ਮੇ ਬੀ ਇੱਕ ਬਲੌਕ ਆਫ ਡਿਜਿਟ ਰਿਪੀਟ ਕਰੇਗਾ, ਉਹ ਹੁੰਦੇ ਹਨ ਰੀਅਕਰਿੰਗ। ਤੇ ਟਰਮੀਨੇਟਿੰਗ ਕਿਹੜੇ ਹੁੰਦੇ ਹਨ, ਜਿਹੜੇ ਜੋ ਟਰਮੀਨੇਟਿੰਗ ਤੇ ਰੀਅਕਰਿੰਗ ਹਨ ਇਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਆ, these are rationals। ਤੇ ਜੋ ਨੈਕਸਟ ਸੀ ਇਹ ਆਉਂਦੇ ਹਨ irrational ਦੇ ਵਿੱਚ। ਸੋ ਰੈਸ਼ਨਲ ਤੇ ਇਰੈਸ਼ਨਲ। ਰੈਸ਼ਨਲ ਦੀ ਗੱਲ ਅਸੀਂ ਕਿੱਥੇ ਕਰ ਲਈ ਹੈ, ਜਦੋਂ ਅਸੀਂ ਇਹਦਾ ਫਾਈਂਡ ਆਊਟ ਕਰਨਾ ਹੈ ਕਿ ਜੋ ਕੋਈ ਵੀ p ਬਟਾ q ਦੀ ਫਾਰਮ ਦਾ ਨੰਬਰ ਹੈ ਇਹ ਟਰਮੀਨੇਟਿੰਗ ਹੈ ਕਿ ਨਾਨ ਟਰਮੀਨੇਟਿੰਗ ਹੈ। ਇਹਦੇ ਵਿੱਚ ਅਸੀਂ ਕਿਹੜੀ ਗੱਲ ਕਰਾਂਗੇ, ਰੈਸ਼ਨਲਸ ਦੀ। ਇਰੈਸ਼ਨਲਸ ਦੀ ਜਦੋਂ ਅਸੀਂ ਇਹਨਾਂ ਦੀ ਇਰੈਸ਼ਨਲ √2 √3 ਐਂਡ √5 ਇਹਨਾਂ ਦੀ ਇਰੈਸ਼ਨੈਲਿਟੀ ਨੂੰ ਪ੍ਰੂਵ ਕਰਾਂਗੇ, ਉਦੋਂ ਅਸੀਂ ਇਰੈਸ਼ਨਲਸ ਦੇ ਨਾਲ ਡੀਲ ਕਰਾਂਗੇ। ਸੋ ਇਸ ਚੈਪਟਰ ਦੇ ਵਿੱਚ ਮੇਨਲੀ ਅਸੀਂ ਰੈਸ਼ਨਲਸ ਦੇ ਨਾਲ ਵੀ ਡੀਲ ਕਰਨਾ ਹੈ ਤੇ ਇਰੈਸ਼ਨਲ ਦੇ ਨਾਲ। ਸੋ ਇਰੈਸ਼ਨਲ ਤੇ ਰੈਸ਼ਨਲ ਜਦੋਂ ਦੋਨਾਂ ਨੂੰ ਅਸੀਂ ਕੰਬਾਈਨ ਕਰ ਦਈਏ ਤਾਂ ਸਾਡੇ ਕੋਲ ਕਿਹੜੇ ਨੰਬਰਸ ਹੁੰਦੇ ਹਨ, ਰੀਅਲ ਨੰਬਰਸ।
ਇਸੇ ਕਰਕੇ ਇਸ ਚੈਪਟਰ ਦਾ ਨਾਮ ਹੈ ਰੀਅਲ ਨੰਬਰਸ, ਕਿਉਂਕਿ ਅਸੀਂ ਇਸ ਚੈਪਟਰ ਦੇ ਵਿੱਚ ਇਹਨਾਂ ਦੋਨੋਂ ਨੰਬਰ ਜੋ ਇਰੈਸ਼ਨਲ ਤੇ ਰੈਸ਼ਨਲ ਬਾਰੇ ਪੜ੍ਹਨਾ ਹੈ. So that's the heading of your chapter, that is real number. This was all about the introduction of real numbers chapter for class 10th. In the next upcoming videos we are going to learn how to solve these concepts, how to study deeply about these concepts, and how to use these concepts in the problems given in this book and in real life. So keep in touch, watch every video carefully and try to solve your problems. And if anybody have any type of query or problem, you can contact me on my contact number, that is 9464748008. Thanks.